जी सर। ਪਹਿਲਾਂ ਤਾਂ ਮੈਂ ਜਿੰਨੇ ਵੀ ਪੱਤਰਕਾਰ ਮੇਰੇ ਵੀਰ ਆਏ ਨੇ ਉਹਨਾਂ ਦਾ ਨਵਾਂ ਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਵੱਲੋਂ ਨਿੱਘਾ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਅੱਜ ਇਸ ਖੇਡ ਲਈ ਥੋੜਾ ਸਮਾਂ ਕੱਢਿਆ ਹੈਗਾ। ਮੈਂ ਕ੍ਰਿਕਟ ਤਾਂ ਅਸੀਂ ਤਕਰੀਬਨ 22 ਸਾਲ ਤੋਂ ਨਵੇਂ ਸ਼ਹਿਰ ਡਿਸਟ੍ਰਿਕਟ ਜਦ ਤੋਂ ਬਣਿਆ ਹੈਗਾ ਕ੍ਰਿਕਟ ਐਸੋਸੀਏਸ਼ਨ ਉਦੋਂ ਤੋਂ ਹੀ ਆਪਣੀ ਐਗਜ਼ਿਸਟੈਂਸ 'ਚ ਆ ਚੁੱਕੀ ਸੀਗੀ ਔਰ ਅਸੀਂ ITI ਤੋਂ ਸ਼ਿਫਟ ਹੋ ਕੇ ਇੱਥੇ ਵੀ ਤਕਰੀਬਨ 2005 'ਚ RK ਆਰਿਆ ਕਾਲਜ ਗਰਾਊਂਡ 'ਚ ਆ ਗਏ ਸੀਗੇ। ਬਹੁਤ ਸਾਰੀ ਫੈਸਿਲਿਟੀਜ਼ ਜਿਹੜੀਆਂ ਹੈਗੀਆਂ ਸ਼ੁਰੂ ਤੋਂ ਹੀ ਸੀਗੀਆਂ ਸਾਡੇ ਕੋਲ, ਲੇਕਿਨ ਸਭ ਤੋਂ ਜਿਹੜਾ ਅੱਜ ਮੇਨ ਮਕਸਦ ਹੈ ਇਸ ਪ੍ਰੈਸ ਕਾਨਫਰੰਸ ਦਾ ਉਹ ਇਹ ਹੈ ਕਿ ਸਾਨੂੰ ਜਿਹੜੀ ਹੈ ਰੀਜਨਲ ਕੋਚਿੰਗ ਸੈਂਟਰ ਦੀ ਜਿਹੜੀ ਇੱਕ ਸਾਡੀ ਡਿਮਾਂਡ ਤਕਰੀਬਨ 5-7 ਸਾਲ ਤੋਂ ਚੱਲ ਰਹੀ ਸੀਗੀ ਉਹ ਸਾਡੀ ਪੂਰੀ ਹੋਈ। ਰੀਜਨਲ ਕੋਚਿੰਗ ਸੈਂਟਰ ਸਾਨੂੰ ਮਿਲਿਆ, PCA ਨੇ ਉਹਨੂੰ ਜਿਹੜਾ ਹੈਗਾ ਸਾਡੀ ਮਨਜ਼ੂਰੀ ਦਿੱਤੀ। ਰੀਜਨਲ ਕੋਚਿੰਗ ਸੈਂਟਰ ਦਾ ਇੱਕ ਕਨਸੈਪਟ ਹੈ ਕਿ ਰੀਜਨਲ ਕੋਚਿੰਗ ਸੈਂਟਰਸ ਜਿਹੜੇ ਨੇ ਉਹ ਡਾਇਰੈਕਟ ਨਿਗਰਾਨੀ 'ਚ ਰਹਿੰਦੇ ਹੈਗੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਜਾਂ ਕਿਸੇ ਵੀ BCCI ਦੇ ਅੰਡਰ PCA ਹੈ, ਤੁਹਾਨੂੰ ਪਤਾ ਹੀ ਹੈਗਾ। ਤੇ ਕਿਸੇ ਵੀ ਅਗਰ ਰਾਜ 'ਚ RCC ਬਣੀ ਹੈ, ਰੀਜਨਲ ਕੋਚਿੰਗ ਸੈਂਟਰ ਬਣਿਆ ਹੈ ਤਾਂ ਉਹ ਡਾਇਰੈਕਟਲੀ ਉਹਦੀ ਸਰਵੇਲੈਂਸ ਜਿਹੜੀ ਹੈਗੀ ਉਹਦੀ ਜਿਹੜੀ ਨਿਗਰਾਨੀ ਹੈ ਉਹ ਉੱਥੇ ਦੀ ਐਪੈਕਸ ਬੋਡੀ ਜਿੱਦਾਂ ਪੰਜਾਬ 'ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਹੈ ਉਹ ਕਰਦੀ ਹੈ। ਸਾਨੂੰ ਬੜੀ ਖੁਸ਼ੀ ਹੈ ਕਿ ਸਾਨੂੰ 3 ਕੋਚਿਸ ਜਿਹੜੇ ਨੇ ਉਹਨਾਂ ਦੀ ਅਪਾਇੰਟਮੈਂਟ ਹੋਈ ਹੈਗੀ। ਬਾਕਾਇਦਾ ਇੰਟਰਵਿਊਜ਼ ਤੋਂ ਬਾਅਦ ਪਬਲੀਕੇਸ਼ਨ ਹੋਈ, ਉਸ ਤੋਂ ਬਾਅਦ ਅਸੀਂ ਆਪਣੇ ਬੱਚੇ ਜਿਹੜੇ ਭੇਜੇ। ਮੈਨੂੰ ਖੁਸ਼ੀ ਹੈ ਕਿ ਸਾਡੇ ਤਿੰਨੋਂ ਕੋਚਿਸ ਜਿਹੜੇ ਨੇ ਉਸ ਜਿਹੜੀ ਉਹਨਾਂ ਦਾ ਇੱਕ ਪੈਰਾਮੀਟਰ ਸੀ ਉਹਨੂੰ ਕੁਆਲੀਫਾਈ ਕਰਕੇ ਲੋਕਲੀ ਸਾਨੂੰ 3 ਕੋਚ ਮਿਲ ਗਏ। ਇਹ ਸਭ ਤੋਂ ਜ਼ਿਆਦਾ ਸਾਨੂੰ ਖੁਸ਼ੀ ਦੀ ਗੱਲ ਹੈਗੀ। ਮੈਂ ਤੁਹਾਨੂੰ ਇੰਟਰੋਡਿਊਸ ਕਰਾਵਾਂਗਾ ਸਾਡੇ ਵੂਮਨ ਜਿਹੜੀ RCC ਹੈਗੀ ਉਹਦੇ ਕੋਚ ਜਿਹੜੇ ਨੇ ਉਹ ਡਾਕਟਰ ਸੰਦੀਪ ਕੌਰ ਨੇ, ਬਲਾਚੌਰ 'ਚ ਜਿਹੜੇ ਹੈਗੇ ਗਵਰਨਮੈਂਟ ਲੈਕਚਰਰ ਨੇ। ਔਰ ਉਸ ਤੋਂ ਬਾਅਦ ਇਹਨਾਂ ਦੀ ਅਸਿਸਟੈਂਸ ਲਈ ਅਸੀਂ ਕਿਉਂਕਿ ਗਰਲਸ ਦਾ ਅਸੀਂ ਸ਼ੁਰੂ ਕਰ ਰਹੇ ਹਾਂ ਇੱਥੇ ਫਸਟ ਟਾਈਮ RCC, ਉਹਨਾਂ ਦੀ ਅਸਿਸਟੈਂਸ ਲਈ ਅਸੀਂ ਗੁਰਪਿੰਦਰ ਜੀ ਜਿਹੜੇ BLM 'ਚ ਸਪੋਰਟਸ ਦੇਖਦੇ ਨੇ, ਸਪੋਰਟਸ ਨੂੰ ਸੰਭਾਲਦੇ ਨੇ, ਅਸੀਂ ਉਹਨਾਂ ਦੀ ਅਸਿਸਟੈਂਸ ਲਈ ਇਹਨਾਂ ਨੂੰ ਰਿਕੁਐਸਟ ਕੀਤੀ ਹੈਗੀ ਔਰ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਜੋੜਿਆ ਹੈਗਾ ਤਾਂ ਕਿ ਜਿਹੜੀਆਂ ਲੜਕੀਆਂ ਨੂੰ ਇਹ ਇੱਕ ਉਹ ਮਿਲੇ ਹੈ ਕਿ ਵੀ ਇੱਥੇ ਲੇਡੀਜ਼ ਕੋਚ ਜਿਹੜੀਆਂ ਸਾਨੂੰ ਸਿਖਾਉਣਗੀਆਂ ਤਾਂ ਇੱਕ ਜਿਹੜਾ ਪੇਰੈਂਟ ਦਾ ਜਿਹੜਾ ਇੱਕ ਡਰ ਹੈ ਉਹ ਵੀ ਦੂਰ ਰਹੇਗਾ। ਉਸ ਤੋਂ ਬਾਅਦ ਅੰਡਰ 14 ਲਈ ਸਾਡੇ ਜਤਿਨ ਨੇ ਜਿਨ੍ਹਾਂ ਦੀ ਅਪਾਇੰਟਮੈਂਟ ਹੋਈ ਅੱਜ ਉਹ ਕਿਤੇ ਕੰਮ ਤੇ ਜਾਣਾ ਪੈ ਗਿਆ ਉਹਨਾਂ ਨੂੰ। ਔਰ ਅੰਡਰ 16 ਸ਼ੈਲਿੰਦਰ ਜਿਹੜੇ ਕਿ ਕ੍ਰਿਕਟ ਦੇ ਇੱਥੇ ਬਹੁਤ ਪੁਰਾਣੀ ਔਰ ਬਹੁਤ ਨਾਮੀ ਕ੍ਰਿਕਟਰ ਰਹੇ ਨੇ, ਸ਼ੈਲਿੰਦਰ ਜੀ ਬੈਠੇ ਨੇ। ਅੰਡਰ 16 ਦਾ ਜ਼ਿੰਮੇਵਾਰੀ ਜਿਹੜੀ ਹੈ PCA ਨੇ ਇਹਨਾਂ ਨੂੰ ਦਿੱਤੀ ਹੈਗੀ। ਤੇ ਇਹ ਤਾਂ ਪਾਰਟ ਰਿਹਾ ਜਿਹੜਾ ਹੈਗਾ ਅਸੀਂ ਕ੍ਰਿਕਟ ਦਾ ਸ਼ੁਰੂ ਕੀਤਾ ਹੈ। ਵੂਮਨਸ ਦਾ ਸਾਨੂੰ ਇਹ ਸੀਗਾ ਕਿ ਸਾਡੇ ਨੈੱਟ ਤੇ ਸਾਲੋਂ ਤੋਂ ਕੁਝ ਕੁੜੀਆਂ ਆਉਂਦੀਆਂ ਸੀ, ਨੌਰੇ ਤੋਂ ਇੱਕ ਬੱਚੀ ਆਉਂਦੀ ਸੀ, ਤਕਰੀਬਨ 10-11 ਲੜਕੀਆਂ ਆਉਂਦੀਆਂ ਸੀਗੀਆਂ। ਮੈਨੂੰ ਬੜੀ ਖੁਸ਼ੀ ਹੈ ਕਿ ਉਹ 10 ਦੀ 10 ਕੁੜੀਆਂ ਨੇ 6 ਕੁੜੀਆਂ ਤਾਂ ਸਾਡੀਆਂ ਕਿਉਂਕਿ ਸਾਡੀ ਇੰਡੀਵਿਜੂਅਲ ਟੀਮ ਨਹੀਂ ਬਣਦੀ ਸੀ ਕਿਉਂਕਿ ਸਾਡੇ ਕੋਲ ਉਨਾ ਸਟਾਫ ਨਹੀਂ ਸੀ, ਉਨੇ ਬੱਚੇ ਨਹੀਂ ਸੀਗੇ। ਤਾਂ ਉਹ ਕੁੜੀਆਂ ਜਿਹੜੀਆਂ 6 ਸਾਡੀਆਂ ਜਲੰਧਰ 'ਚ ਸਿਲੈਕਟ ਹੋਈਆਂ ਔਰ ਉਹਨਾਂ ਨੇ ਜਲੰਧਰ ਨੂੰ ਰਿਪਰੈਜ਼ੈਂਟ ਕੀਤਾ ਔਰ ਉਸ ਤੋਂ 3 ਕੁੜੀਆਂ ਨੇ ਸਟੇਟ ਨੂੰ ਆਪਣਾ ਰਿਪਰੈਜ਼ੈਂਟ ਕੀਤਾ। ਮੈਨੂੰ ਬੜਾ ਮਾਣ ਹੈ ਇਸ 'ਤੇ ਕਿ ਵੀ ਸਾਡੇ ਨੈੱਟ ਤੋਂ ਜਾ ਕੇ ਸਟੇਟ ਨੂੰ ਰਿਪਰੈਜ਼ੈਂਟ ਕਰ ਗਈਆਂ ਕੁੜੀਆਂ, ਜਿਨ੍ਹਾਂ 'ਚੋਂ ਮੁਸਕਾਨ, ਪ੍ਰਿਯੰਕਾ, ਪ੍ਰਤਿਭਾ, ਗੁਰਵਿੰਦਰ, ਇਹ 4 ਕੁੜੀਆਂ ਨੇ ਸਟੇਟ ਨੂੰ ਡਿਫਰੈਂਟ ਏਜ ਗਰੁੱਪ 'ਚ ਕੀਤਾ। ਔਰ ਉਸ ਤੋਂ ਵੀ ਜ਼ਿਆਦਾ ਜਿਹੜਾ ਸਾਨੂੰ ਇਨਕਰੇਜਿੰਗ ਫੈਕਟਰ ਬਣਿਆ ਹੈਗਾ ਉਹ ਇਹ ਹੈ ਕਿ ਮੁਸਕਾਨ ਸਾਡੀ ਜਿਹੜੀ ਹੈਗੀ ਉਹ ਇੰਡੀਆ ਲੈਵਲ ਤੇ ਪਹੁੰਚੀ ਹੈਗੀ। ਐਤਕੀ ਉਹਨੂੰ ਚੈਲੰਜਰ ਕੱਪ 'ਚ ਇੰਡੀਆ A ਟੀਮ 'ਚ ਖਿਲਾਇਆ ਗਿਆ। ਸਾਡੇ ਲਈ ਸਭ ਤੋਂ ਬੜੀ ਮਾਣ ਦੀ ਗੱਲ ਹੈ ਕਿ ਇੱਕ 15 ਸਾਲ ਦੀ ਹੋਣਹਾਰ ਲੜਕੀ ਜਿਹੜੀ ਕਿ ਇੱਥੇ ਕੈਂਬਰਿਜ 'ਚ ਪੜ੍ਹਦੀ ਹੈ ਔਰ ਸਾਡੇ ਸ਼ਹਿਰ ਦੀ ਰਹਿਣ ਵਾਲੀ ਹੈ, ਨੌਰਾ ਤੋਂ ਬਿਲੋਂਗ ਕਰਦੀ ਹੈ, ਉਹ ਇੰਡੀਆ ਦੇ ਨਕਸ਼ੇ 'ਚ ਕ੍ਰਿਕਟ ਦਾ ਨਾਂ ਨਵੇਂ ਸ਼ਹਿਰ ਦਾ ਲੈ ਕੇ ਗਈ ਹੈ। ਮੈਨੂੰ ਬੜੀ ਇਸ ਚੀਜ਼ ਦੀ ਖੁਸ਼ੀ ਹੈ ਔਰ ਇਹਨੇ ਸਾਨੂੰ ਇੱਕ ਇਨਕਰੇਜਮੈਂਟ ਦਿੱਤੀ ਕਿ ਬਈ ਅਸੀਂ ਆਪਣੀ ਇੱਕ ਜਿਹੜਾ ਹੈ ਇੱਥੇ ਕੁੜੀਆਂ ਦਾ ਪੂਲ ਸ਼ੁਰੂ ਕਰੀਏ। ਮੈਂ BLM 'ਚ ਗਿਆ, ਸਾਡੇ ਜਿਹੜੇ ਸਿਲੈਕਟਰ ਨੇ ਸਟੇਟ ਦੇ ਗੁਰਦੀਪ ਮਿਨਹਾਸ ਜੀ ਉਹ ਆਏ, ਉਹਨਾਂ ਨੇ ਹੈਲਪ ਕੀਤੀ। BLM ਕਾਲਜ ਨੇ ਸਾਡੀ ਹੈਲਪ ਕੀਤੀ, ਕੁਛ ਇੱਕ ਔਰ ਇਦਾਰਿਆਂ ਨੇ ਸਾਡੀ ਹੈਲਪ ਕੀਤੀ। ਤਾਂ ਅਸੀਂ ਕੁਛ ਇੱਕ ਲੜਕੀਆਂ ਦਾ ਪੂਲ ਜਿਹੜਾ ਹੈ ਇੱਥੇ ਬੁਲਾ ਕੇ ਅਸੀਂ ਕ੍ਰਿਕਟ ਜਿਹੜੀ ਹੈ ਉਹ 1 ਤਰੀਕ ਤੋਂ ਪੋਜ਼ਿਟਿਵਲੀ ਸ਼ੁਰੂ ਕਰਨ ਵਾਲੇ ਆ ਕਿਉਂਕਿ ਹੁਣੀ ਸਾਡੇ ਕੋਚਿਸ ਦੀ ਟ੍ਰੇਨਿੰਗ ਦਾ ਸੈਮੀਨਾਰ ਚੱਲਿਆ ਸੀਗਾ 6 ਦਿਨ ਦਾ ਤੇ ਉਹ ਜਿਹੜੇ ਨੇ ਆਪਣੇ ਟ੍ਰੇਨਿੰਗ ਉੱਥੋਂ ਲੈ ਕੇ ਆਏ ਨੇ ਜਿਹੜੇ ਟਾਈਮ ਟੂ ਟਾਈਮ ਇਹਨਾਂ ਨੂੰ PCA ਨੇ ਦੇਣੀ ਹੈਗੀ। ਔਰ ਇਹ RCC ਦਾ ਇੱਕ ਔਰ ਮੰਤਵ ਹੈਗਾ ਕਿ ਇਹਦੇ 'ਚ ਇਹਨਾਂ ਨੇ 20 ਬੱਚੇ ਲੈਣੇ ਜੀ ਹਰ RCC 'ਚ, ਅੰਡਰ 14, 20
20 ਦਾ ਵੀ ਇੱਕ ਜਿਹੜਾ ਇੱਕ ਕ੍ਰਿਕਟ ਦਾ ਇੱਕ ਫਾਰਮੂਲਾ ਹੁੰਦਾ ਹੈ ਕਿ 4 ਓਪਨਿੰਗ ਬੈਟਸਮੈਨ, 4 ਮਿਡਲ ਆਰਡਰ ਬੈਟਸਮੈਨ, 3 ਸਪਿਨਰ, 3 ਆਲਰਾਊਂਡਰਸ, 2 ਵਿਕਟ ਕੀਪਰ। ਇਸ ਤਰੀਕੇ ਨਾਲ ਉਹਨਾਂ ਨੇ ਪੂਰਾ ਕਰਨਾ ਹੈਗਾ ਹਰ ਏਜ ਗਰੁੱਪ 'ਚ, 14 'ਚ ਐਂਡ 16 'ਚ ਔਰ ਵੂਮਨ 'ਚ ਵੀ, ਔਰ 5 ਸਟੈਂਡ ਬਾਈ ਉਹਨਾਂ ਨੇ ਲੈਣੇ ਇਸੇ ਤਰੀਕੇ ਨਾਲ। ਇਹ 25 ਬੱਚਿਆਂ ਦਾ ਸਾਰਾ ਖਰਚਾ ਜਿਹੜਾ ਹੈ ਉਹ PCA ਵਹਿਨ ਕਰੇਗਾ ਸਾਡੇ ਥਰੂ, ਅਸੀਂ ਉਹ ਸਾਰਾ ਖਰਚਾ ਕਰਾਂਗੇ। ਔਰ ਸਭ ਤੋਂ ਮਜ਼ੇ ਦੀ ਗੱਲ ਹੈ, ਟਰਾਈਡੈਂਟ ਗਰੁੱਪ ਜਿਹੜਾ ਹੈਗਾ ਲੁਧਿਆਣੇ ਦਾ, ਜਿਹਦੇ ਫਾਊਂਡਰ ਹੈਗੇ ਪਦਮ ਸ਼੍ਰੀ ਰਾਜਿੰਦਰ ਗੁਪਤਾ ਜੀ ਨੇ, ਉਹਨਾਂ ਨੇ ਸਾਡੀ RCC ਨੂੰ ਸਪਾਂਸਰ ਕੀਤਾ ਹੈਗਾ। ਤਾਂ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ, PCA ਦਾ ਵੀ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇਸ ਛੋਟੇ ਜ਼ਿਲ੍ਹੇ ਨੂੰ ਇਹ ਮਾਣ ਬਖਸ਼ਿਆ ਗਿਆ ਕਿ ਵੀ ਅਸੀਂ ਇਸ ਤਰੀਕੇ ਦਾ ਕ੍ਰਿਕਟ ਦਾ ਇੱਕ ਜਿਹੜਾ ਉਪਰਾਲਾ ਸ਼ੁਰੂ ਕਰੀਏ। ਔਰ ਇਸ ਤੋਂ ਇਲਾਵਾ ਜਿਹੜਾ ਹੈਗਾ ਬੱਚੇ ਖੇਲਣਗੇ ਇੱਥੇ, ਉਹਨਾਂ ਨੂੰ ਡਰੈਸਿਸ ਵਗੈਰਾ, ਉਹਨਾਂ ਨੂੰ ਹਰ ਚੀਜ਼ ਉਹਨਾਂ ਦੀ ਫਿਜ਼ੀਕਲ ਫਿਟਨੈਸ, ਕੋਈ ਵੀ ਚੀਜ਼ ਜਿਹੜੀ ਹੈਗੀ ਉਹ ਅਸੀਂ ਹੀ ਉਹਨੂੰ ਦੇਖਣਾ ਹੈਗਾ। ਔਰ ਇਹਦੀ ਸਰਵੇਲੈਂਸ ਜਿਹੜੀ PCA ਕਰੇਗਾ। 15-15 ਦਿਨਾਂ ਬਾਅਦ ਇਹਨਾਂ ਦੇ ਜਿਹੜੇ ਆਬਜ਼ਰਵੇਸ਼ਨਸ ਹੋਣਗੀਆਂ, ਉੱਪਰੋਂ ਟੀਮਾਂ ਆਉਣਗੀਆਂ। ਔਰ ਮੈਂ ਉਮੀਦ ਕਰਦਾ ਕਿ ਬੱਚੇ ਜਿਹੜੇ ਬਡਿੰਗ ਸਟਾਰ ਨੇ ਅੰਡਰ 14 ਔਰ ਅੰਡਰ 16 ਦੇ, ਔਰ ਉਹ ਕੁੜੀਆਂ ਜਿਹੜੀਆਂ ਹੈਗੀਆਂ ਉਹ ਜ਼ਿਲ੍ਹੇ ਲਈ ਔਰ ਸਟੇਟ ਲਈ ਔਰ ਇੰਡੀਆ ਲਈ ਵੀ ਕੁਛ ਨਾ ਕੁਛ ਅੱਛਾ ਕਰਨਗੀਆਂ ਅਗਰ ਉਹ ਮਿਹਨਤ ਕਰਨਗੇ। ਇਸ 'ਚ ਸਭ ਤੋਂ ਬੜਾ ਰੋਲ ਸਾਡਾ ਜੋ ਹੈ ਸੋ ਹੈ, ਮੈਂ ਜਿੱਦਾਂ ਆਮ ਤੌਰ ਤੇ ਸਾਰੀ ਦੁਨੀਆ ਜਾਣਦੀ ਹੈ ਕਿ ਜਿਹੜੇ ਪ੍ਰੈਸ ਹੈ ਇੱਕ ਇਤਨਾ ਮੁੱਖ ਭੂਮਿਕਾ ਅਦਾ ਕਰ ਸਕਦੀ ਹੈ, ਕਿਉਂਕਿ ਦੇਖੋ ਨਸ਼ਾ ਹੈ, ਬੁਰਾਈਆਂ ਹੈ। ਅਸੀਂ ਤਾਂ ਇੱਕ ਐਸਾ ਪਲੇਟਫਾਰਮ ਦਿੱਤਾ ਹੈ 2000 ਤੋਂ ਕਿ ਬੱਚੇ ਜਿਹੜੇ ਨੇ ਅੱਛੇ ਬੱਚੇ ਉਹ ਖੇਲਣ, ਆਪਣੇ ਨੂੰ ਡਿਵੈਲਪ ਕਰਨ, ਮੈਂਟਲੀ ਡਿਵੈਲਪ ਹੋਣ ਉਹ। ਔਰ ਸਭ ਤੋਂ ਬੜੀ ਗੱਲ ਹੈ ਕਿ ਕਿਸੇ ਵੀ ਗੇਮ 'ਚ ਅਗਰ ਉਹ ਜਾਣਗੇ ਤਾਂ ਦੂਸਰੇ ਪਾਸੇ ਉਹਨਾਂ ਦਾ ਧਿਆਨ ਜਿਹੜਾ ਭਟਕੇਗਾ ਨਹੀਂ। ਤਾਂ ਮੈਂ ਤੁਹਾਨੂੰ ਹਮੇਸ਼ਾ ਹੀ ਗੁਜ਼ਾਰਿਸ਼ ਕਰਦਾ, ਔਰ ਬੜੀ ਸਪੋਰਟ ਤੁਸੀਂ ਲੋਕਾਂ ਨੇ 2000 ਤੋਂ ਹੀ ਸਾਨੂੰ ਦਿੱਤੀ ਹੈ। ਮੇਰਾ ਮੁੱਖ ਮੰਤਵ ਇਹ ਸੀ ਕਿ ਜੋ ਕੁਝ ਅਸੀਂ ਕਰ ਰਹੇ ਹਾਂ, ਜੋ ਕੁਝ ਹੋ ਰਿਹਾ ਹੈ, ਸ਼ਾਇਦ ਉਹ ਪੂਰੇ ਜ਼ਿਲ੍ਹੇ 'ਚ ਹਾਲੇ ਉਹਦਾ ਇੰਨਾ ਜ਼ਿਆਦਾ ਲੋਕਾਂ ਨੂੰ ਅਹਿਸਾਸ ਨਹੀਂ ਹੈ ਜਾਂ ਪਤਾ ਨਹੀਂ ਹੈ। ਅਸੀਂ ਜਦੋਂ ਵੀ ਟਰਾਇਲ ਲੈਂਦੇ ਹਾਂ, ਹੁਣ ਵੀ ਜਿਹੜੀ RCC ਨੇ, ਇਹਦਾ ਮੰਤਵ ਇਹ ਨਹੀਂ ਕਿ ਅਸੀਂ 20 ਬੱਚੇ ਲੈ ਲਏ, ਜਿਹੜੀ ਡਿਸਟ੍ਰਿਕਟ ਦੀ ਟੀਮ ਹੈ ਇन्हीं 20 ਬੱਚਿਆਂ 'ਚੋਂ ਬਣਨੀ ਹੈ, ਬਿਲਕੁਲ ਇਹ ਕਨਸੈਪਟ ਨਹੀਂ ਹੈ। RCC ਇੱਕ ਟ੍ਰੇਨਿੰਗ ਸੈਂਟਰ ਹੈ ਜਿੱਥੇ ਅਸੀਂ ਅੱਛੇ ਬੱਚੇ ਪ੍ਰੋਡਿਊਸ ਕਰਨੇ ਹੈ। ਲੇਕਿਨ ਜਦੋਂ ਵੀ ਮੈਚਿਸ ਆਉਣਗੇ, ਜਿੱਦਾਂ ਹੁਣ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਬਿਜ਼ੀ ਸੀਜ਼ਨ ਹੈ ਸਾਡਾ ਕ੍ਰਿਕਟ ਦਾ, ਜਦੋਂ ਵੀ ਬੱਚੇ ਆਉਣਗੇ ਅਸੀਂ ਇੱਕ ਓਪਨ ਟ੍ਰਾਇਲ ਵੀ ਰੱਖਾਂਗੇ। ਜ਼ਰੂਰੀ ਨਹੀਂ ਕਿ ਸਾਡੇ RCC ਦੇ ਬੱਚੇ ਸਿਲੈਕਟ ਹੋਣ, ਹੋ ਸਕਦਾ ਇਹਨਾਂ 'ਚੋਂ ਇੱਕ ਵੀ ਸਿਲੈਕਟ ਨਾ ਹੋਵੇ, ਓਪਨ ਫੀਲਡ 'ਚ ਜ਼ਿਆਦਾ ਅੱਛੇ ਬੱਚੇ ਆ ਜਾਣ। ਤਾਂ ਇੱਕ ਖੁੱਲ੍ਹਾ ਰੱਖਿਆ PCA ਨੇ ਕਿ ਨਹੀਂ ਵੀ ਇਹਨਾਂ ਨੂੰ ਟ੍ਰੇਨਿੰਗ ਦਿਓ ਤੁਸੀਂ, ਤੁਹਾਡੇ ਕੋਲ ਇਹ ਪੂਲ ਹੈਗਾ। ਲੇਕਿਨ ਇਸ ਤੋਂ ਇਲਾਵਾ ਵੀ ਕਿਸੇ ਬੱਚੇ ਨੂੰ ਆਪਾਂ ਛੱਡ ਨਹੀਂ ਸਕਦੇ ਜੋ ਅੱਛਾ ਖੇਲਦਾ ਹੈ, ਕਿਉਂਕਿ ਦੇਖੋ ਅੱਜ ਇਸ ਵਾਰ ਸਾਡੀ ਰਣਜੀ ਟਰੋਫੀ ਟੀਮ ਅੱਛਾ ਕਰ ਰਹੀ ਹੈ। ਅੱਜ ਹਿਮਾਚਲ ਨੂੰ ਕੱਲ ਹਰਾ ਕੇ ਆਏ ਨੇ, ਅੱਜ ਹਰਿਆਣਾ ਨਾਲ ਮੈਚ ਚੱਲ ਰਿਹਾ, ਬੜਾ ਅੱਛਾ 2 ਲੜਕਿਆਂ ਨੇ ਸਕੋਰ ਕੀਤਾ ਹੈਗਾ, ਸੈਂਚਰੀਜ਼ ਕੀਤੀਆਂ ਹੈਗੀਆਂ। ਤੇ ਆਉਣ ਵਾਲੇ ਸਮੇਂ 'ਚ ਜਿਸ ਤਰੀਕੇ ਨਾਲ PCA ਨੇ ਇੱਕ ਮੁਹਿੰਮ ਚਲਾਈ ਹੈ ਕਿ ਅਸੀਂ ਹਰ ਏਜ ਗਰੁੱਪ 'ਚ ਪੰਜਾਬ ਨੂੰ ਟੌਪ ਤੇ ਲਿਜਾਣਾ ਹੈ। ਪਿਛਲੇ ਸਾਲ ਅਸੀਂ 25 ਜਿਹੜਾ ਸੀ ਉਹ ਰਨਰ ਅਪ ਰਹੇ ਹਿੰਦੁਸਤਾਨ 'ਚ। ਇਸ ਸਾਲ ਅਸੀਂ ਉਮੀਦ ਕਰਦੇ ਹਾਂ ਕਿ ਰਣਜੀ ਟਰੋਫੀ ਚੈਂਪੀਅਨਸ਼ਿਪ ਜਿਹੜੀ ਹੈ ਪੰਜਾਬ ਕੋਲ ਆਏ। ਉਹ ਸਾਰੇ ਉਪਰਾਲੇ ਕਰਨ ਲਈ ਹੀ ਇਹਨਾਂ ਦਾ ਮਕਸਦ ਹੈ ਕਿ ਵੀ ਕੁਛ ਇੱਕ ਚੁਣਿੰਦਾ ਜ਼ਿਲ੍ਹਿਆਂ ਨੂੰ ਇਹਨਾਂ ਨੇ RCC ਦਿੱਤੀ ਕਿ ਤੁਸੀਂ ਇਹ ਪ੍ਰਯੋਗ ਕਰੋ, ਅੱਛੇ ਬੱਚੇ ਪੈਦਾ ਕਰੋ, ਤੇ ਤਾਂ ਕਿ ਜਿਹੜਾ ਹੈ ਅਸੀਂ ਕ੍ਰਿਕਟ ਨੂੰ ਔਰ ਉੱਪਰ ਲਿਜਾ ਸਕੀਏ। ਸੈਕੰਡਲੀ ਅਸੀਂ ਜਿਹੜਾ ਹੈ ਕਿ ਇੱਕ ਚਲਾਇਆ ਸੀ ਬਹੁਤ ਪਹਿਲਾਂ, SLM ਕੱਪ ਹੁੰਦਾ ਸੀ, ਪਤਾ ਤ੍ਰਿਪਾਠੀ ਜੀ ਔਰ ਇਹਨਾਂ ਨੂੰ ਵੀ, ਆਪਣੇ ਅਮਿਤ ਜੀ ਨੂੰ ਵੀ। ਉਹ ਸਾਡੇ ਬੰਗੇ 'ਤੇ SLM ਸਕੂਲ ਹੈਗਾ, ਉਹਨਾਂ ਨੇ ਸਪਾਂਸਰਸ਼ਿਪ ਦਿੱਤੀ ਸੀ। 3 ਸਾਲ ਅਸੀਂ ਚਲਾਇਆ। 1 ਸਾਲ ਰਾਮਸਨ ਸਵੀਟਸ ਨੇ ਸਾਨੂੰ ਸਪਾਂਸਰਸ਼ਿਪ ਦਿੱਤੀ ਸੀ, ਅਸੀਂ ਉਦੋਂ ਚਲਾਇਆ। ਲੇਕਿਨ ਹੁਣ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਕੋਈ ਸਪਾਂਸਰ ਨਹੀਂ ਲੈਣਾ। ਅਸੀਂ ਇਸ ਸਾਲ ਤੋਂ, ਕਿਉਂਕਿ ਸਾਡਾ ਵਿੰਡੋ ਬੜੀ ਇਹ ਟਾਈਟ ਹੈ, ਐਸੇ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ, ਔਰ ਸਕੂਲ ਵੀ ਹਲੇ ਪ੍ਰੋਪਰਲੀ ਨਹੀਂ ਖੁੱਲ੍ਹੇ ਹੈ, ਤਾਂ ਅਸੀਂ ਇੱਕ ਟੂਰਨਾਮੈਂਟ ਜਿਹੜਾ ਹੈਗਾ ਉਹ ਆਰਗੇਨਾਈਜ਼ ਕਰਾਂਗੇ, ਜੋ ਕਿ ਨਵਾਂਸ਼ਹਿਰ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਹੀ ਆਰਗੇਨਾਈਜ਼ ਕਰੇਗੀ। ਇਨਕਰੇਜਮੈਂਟ ਲਈ ਅਸੀਂ ਜੇਤੂ ਜਿਹੜਾ ਸਕੂਲ ਹੋਏਗਾ ਉਹਨੂੰ 21,000 ਨਗਦ ਜਿਹੜਾ ਹੈ ਉਹ ਪ੍ਰਾਈਜ਼ ਦੇਵਾਂਗੇ, ਤਾਂ ਕਿ ਸਕੂਲਾਂ ਦੇ ਅੰਦਰ ਇੱਕ ਲਗਨ ਪੈਦਾ ਹੋਵੇ। ਔਰ ਜਿਹੜੀ ਸੈਕਿੰਡ ਆਉਣ ਵਾਲੀ ਟੀਮ ਹੈ ਉਹਨੂੰ ਅਸੀਂ 15,000 ਦਾ ਇੱਕ ਕੈਸ਼ ਪ੍ਰਾਈਜ਼ ਦੇਵਾਂਗੇ। ਔਰ ਜਿਹੜੇ ਇੰਡੀਵਿਜੂਅਲ ਬੱਚੇ ਨੇ ਉਹਨਾਂ ਲਈ ਡਿਫਰੈਂਟ ਪ੍ਰਾਈਜ਼ਸ ਜਿਹੜੇ ਆ ਉਹ ਡਿਊਰਿੰਗ ਦਾ ਟੂਰਨਾਮੈਂਟ ਦਿੱਤੇ ਜਾਣਗੇ। ਔਰ ਇਸ ਪੂਰੇ ਟੂਰਨਾਮੈਂਟ ਦੇ ਵਿੱਚ ਰਿਫਰੈਸ਼ਮੈਂਟ ਜਿਹੜੀ ਹੈ ਉਹ NDCA ਹੀ ਵਹਿਨ ਕਰੇਗਾ। ਇਹਦੇ ਕੋਈ ਚਾਰਜ ਨਹੀਂ ਹੋਣਗੇ ਕਿਸੇ ਬੱਚੇ ਤੋਂ, ਕਿਸੇ ਸਕੂਲ ਤੋਂ। ਤਾਂ ਇਹ ਜਿਹੜਾ ਸਾਡਾ ਉਪਰਾਲਾ ਹੈਗਾ, ਇਹਦਾ ਮਕਸਦ ਸਿਰਫ ਇੰਨਾ ਹੈ ਕਿ ਅਸੀਂ ਅੱਛੇ ਬੱਚੇ ਜਿਹੜੇ ਹੈ ਉਹ ਆਪਣੇ ਪੂਲ 'ਚ ਪੈਦਾ ਕਰੀਏ, ਅੱਛੇ ਬੱਚੇ ਜਿਹੜੇ ਨੇ ਉਹ ਸਾਡੇ ਕੋਲ ਜੁੜਨ ਔਰ ਕ੍ਰਿਕਟ ਜਿਹੜਾ ਨਵੇਂ ਸ਼ਹਿਰ ਦਾ ਉਹ ਉੱਪਰ ਜਾਵੇ। ਤਾਂ ਇਹ ਜਿਹੜਾ ਸੀ ਸਪਾਂਸਰਸ਼ਿਪ ਦਾ ਸੀਗਾ। ਔਰ ਇਸ ਤੋਂ ਇਲਾਵਾ ਵੀ PCA ਨੇ ਸਾਨੂੰ ਇਹ ਕਿਹਾ ਹੈ ਕਿ ਤੁਸੀਂ, ਕਿਉਂਕਿ ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ ਕਿ ਨਵਾਂ ਸ਼ਹਿਰ ਕੋਈ ਪ੍ਰਾਈਵੇਟ ਸਕੂਲ ਜਾਂ ਕੋਈ ਗਵਰਨਮੈਂਟ ਸਕੂਲ
किसी भी किस्म के स्पोर्ट्स ਨੂੰ मैं जिथे तक जानना वो प्रमोट नहीं कर रहा हैगा। उत्ते सिर्फ स्कूल टाइम ਤੇ थोड़े ਜਿਹੇ टूर्नामेंट हो जाते या यूनिवर्सिटी होंदी है टूर्नामेंट हो जाते हैं तो वो ਜਿਹੜੀਆਂ ਚੀਜ਼ਾਂ ਅਸੀਂ ਚਾਹੁੰਦੇ ਹਾਂ कि वो खत्म करिए। ਅਸੀਂ कुछ एक स्कूल ਨੂੰ और एक दो कॉलेजेस ਨੂੰ ਆਪਣੇ ਨਾਲ एफिलिएट करांगे। ਅਸੀਂ ਕੋਸ਼ਿਸ਼ ਕਰਾਂਗੇ कि ਉਹਨਾਂ ਦੀ ਕਿਸੇ ਵੀ ਕਿਸਮ ਨਾਲ ਮਦਦ ਕਰਕੇ ਅਸੀਂ ਅੱਛੇ ਬੱਚੇ ਜਿਹੜੇ ਨੇ ਉਹਨਾਂ ਦੀ ਟੀਮਾਂ ਬਣਵਾਈਏ। ਮੈਂ RK ਆਰਿਆ ਕਾਲਜ ਦਾ ਵੀ ਦੀ ਟੀਮਾਂ ਦਾ ਅਸੀਂ ਇੱਕ ਜ਼ਿੰਮਾ ਲਿਆ ਸੀਗਾ और मैनू बड़ी खुशी है कि 2 बार ਜਿਹੜਾ RK ਆਰਿਆ ਕਾਲਜ है वो रनर अप रहा यूनिवर्सिटी का। उस साढ़े ही मैक्सिमम बच्चे खेले, साड़ी की तैयारी सी। और एक बार ये गुरु नानक देव यूनिवर्सिटी का चैंपीयन रहा क्रिकेट च RK आरिया कालेज। ये साडे लिए भी मान की गल। असीं इसी तरीके नाल चाहते कि स्कूल जिहड़ा हैगा स्कूल जिहड़े ने वो साडे नाल जिहड़े जुड़नगे एफिलेट होणगे उन्होंने असीं एक तां कुछ एक बॉलां प्रोवाइड करांगे ताकि बच्चों को पता चले कि इंग्लिश जिहड़ा लैदर बॉल है और एक जी 300 रुपए की अचानक जी बॉल लैके बच्चा खेलता है उस कितना डिफरेंस है। और वो टर्फ से खेलणगे असीं इत्थे मैच प्रोवाइड करावांगे। साडा काफ़ी वड्डा जिहड़ा हैगा असीं ये शेड्यूल बनाया है कि इस तरीके नाल असीं जोड़िए। और असीं कोशिश कर रहे हैं कि असीं बलाचौर बंगा औड़ ते राहों ਇੱਥੇ भी अपने सेंटर डेवलप करिए। असीं बंदिਆਂ ਨੂੰ मिलन की कोशिश की है। मैं मैडम ਜਿਹੜੇ ने बलाचौर तो ने और ये बलाचौर च क्रिकेट ਲਈ काफ़ी कुछ कर रहे हैं तो इन्होंने भी मैं रिक्वेस्ट की है कि सानू घट तो घट आने वाले टूर्नामेंट 2 स्कूल बलाचौर तो, एक औड़ तो, एक राहों तो 2 बंगे तो जुड़न और 3 नवे शहर तो जुड़ के असी एक 8 टीमां या 9 टीमां या 10 टीमां का एक इंटर डिस्ट्रिक्ट टूर्नामेंट या इंट्रा डिस्ट्रिक्ट टूर्नामेंट जोड़े स्कूल का है वो कराइए। इस तो अलावा जोड़ा है ਜਿਹੜੇ मैं ਤੁਹਾਨੂੰ दस ही चुका कि RCC ਜਿਹੜੇ ਨੇ ਇਹਦੇ 'ਚ कोई चार्जिज नहीं है। लेकिन इस तो अलावा ਜਿਹੜੇ ਬੱਚੇ RCC 'ਚ ਮੰਨ ਲਿਆ ਅਸੀਂ 25 ਬੱਚਿਆਂ ਦਾ ਪੂਲ ਬਣਾਤਾ। ਇਸ ਤੋਂ ਇਲਾਵਾ ਡਿਸਟ੍ਰਿਕਟ ਦੇ ਜਿਹੜੇ और ਬੱਚੇ ਨੇ ਸਾਡੇ ਕੋਲ ਆਉਂਦੇ ਨੇ ਸੀਨੀਅਰਸ ਨੇ अंडर 19 ने अंडर 25 ने और सीनियर्स ने ਉਹਨਾਂ ਲਈ ਡਿਸਟ੍ਰਿਕਟ ਨੈਟਸ ਅਲੱਗ ਚੱਲਣਗੇ क्योंकि ਸਾਡੇ ਕੋਲ ਇਸ ਲਈ ਗਰਾਊਂਡ 'ਚ 4 ਨੈਟ ਨੇ। ਅਸੀਂ 3 ਨੈਟ ਦੀ ਪ੍ਰੋਵੀਜ਼ਨ और ਸ਼ੁਰੂ ਕਰਨ ਲੱਗੇ ਹਾਂ। ਤਾਂ ਇਹ 4 ਨੈਟ ਜਿਹੜੇ ਨੇ ਇਹਨਾਂ 'ਚੋਂ 2 ਨੈਟ ਡਿਸਟ੍ਰਿਕਟ ਲਈ ਦਿੱਤੇ ਜਾਣਗੇ ਜਿਹਦੇ ਸਾਡੇ ਹੈੱਡ ਕੋਚ ਹੋਣਗੇ ਸ਼੍ਰੀ ਰਾਜਕੁਮਾਰ ਜੀ और 2 कोचेज असी उत्थे भी दिते ने वो हैगे मोहित और करण जी। ये देखणगे उन्होंने नैट्स नूं। और इंदर जी साडे जिहड़े ने बैठे ने इत्थे इन्हां नूं असी एज ए क्यूरेटर जिहड़ा हैगा क्योंकि विकेट्स बनाउण च माहिर ने और PCA ने इन्हां नूं हुण स्पैशल ट्रेनिंग ते भी बुलाया सी क्योंकि ये विकेट्स नूं दी देखभाल इनू बनाना ये बड़ा जिहड़ा हैगा ये बड़ा जतन का काम हैगा, बड़ी मेहनत का काम हैगा। तो इंदर जी जिहड़े ने ये ओवरऑल जिहड़ा है ग्राउंड्स की मेंटेनेंस दे और इहदे बारे देखणगे। मैं तुहानूं ये भी दसना चाहांगा कि कन्फ्यूजन रहिंदा हैगा कि RCC आपां फ्री रखी हैगी लेकिन जिहड़े डिस्ट्रिक्ट नैट ने ਉਹਦੇ ਅਸੀਂ ਚਾਰजेस रखे हुए ने डिफरेंट। वो ਜਿਹੜੇ 60 ਬੱਚਿਆਂ ਤੋਂ ਇਲਾਵਾ ਉਹਨਾਂ ਬੱਚਿਆਂ ਤੋਂ ਰਜਿਸਟ੍ਰੇਸ਼ਨ ਫੀ ਜਿਹੜੀ ਹੈ 400 ਰੁਪਏ ਅਸੀਂ 1 ਟਾਈਮ ਲੈਣੀ ਹੁੰਦੀ ਹੈ क्योंकि ਉਹਨਾਂ ਦੀ ਰਜਿਸਟ੍ਰੇਸ਼ਨ ਅਸੀਂ PCA ਨਾਲ ਕਰਾ ਦਿੰਦੇ ਹਾਂ। ਉਸ ਤੋਂ ਇਲਾਵਾ 500 ਰੁਪਇਆ ਪਰ ਜਿਹੜਾ ਹੈ ਮੰਥ ਅਸੀਂ ਉਹ ਚਾਰਜ ਕਰਦੇ ਹਾਂ। और ਉਹਦੇ 'ਚ ਵੀ ਅਸੀਂ ਇਹ ਰੱਖਿਆ ਹੈਗਾ कि भी अगर कोई बच्चा गरीब है और नहीं अफोर्ड कर सकता तो ਉਹਨੂੰ ਅਸੀਂ फ्री बिल्कुल खिलाने हैं। ਉਹਦੀ ड्रैसेस का भी ऐतकी भी ਅਸੀਂ गौतम स्पोर्ट्स वगैरह इस चीज़ के गवाह ने कि ਅਸੀਂ ਉੱਥੋਂ ਉਹਨਾਂ ਨੂੰ ड्रैसेस प्रोवाइड कराई दी हैं कि वो ड्रैस लैन बच्चे क्योंकि जो अच्छा ब्रिलियंट क्रिकेटर हैगा और वो पैसे नहीं अफोर्ड कर सकता तो उसके उपर कोई भार नहीं असी पाते। ईवन असी RK आरिया कॉलेज या किसी भी स्कूल में कहा हैगा उन्होंने वो फीस तक भी माफ़ की है। मैं RK आरिया कॉलेज तो स्पैशली कहांगा कि उत्थे जितने भी साडे बच्चे पढ़ते हैं उन्होंने सब की फीस माफ़ हैगी। तो मैं भारद्वाज जी का और मैनेजमेंट का बड़ा शुक्रगुजार हाँ कि वो साड़ी ये रिक्वेस्ट मान लेंदे हैं क्योंकि गरीब बच्चा पढ़ भी जाता और वो क्रिकेट भी खेल लेंदा है। तो मैं तुहानूं ये जिहड़ा सारा ब्यौरा दिता है। दूसरा ये हैगा कि जदों मैचिस ते जाते हैं बच्चे साडे तो बिल्कुल उन्होंने ये फील होंदा है जो स्टेट मैचिस तो चलो बिल्कुल वो बाई एयर जाते हैं सब कुछ करते हैं वो एक अलग चीज़ है। एक डिफरेंट जोड़े बच्चे साडे हुण खेल गए हैं जोड़े स्टेट खेल रहे हैं मुंडे भी कई खेल रहे हैं इसलिए ऐतकी RC अपने रणजी ट्रॉफी कैंप च भी साडा एक बच्चा सिलेक्ट होया। ऐतकी साडे तकरीबन 12-13 बच्चे जोड़े सी वो डिफरेंट एज ग्रुप च सिलेक्ट होए सीगे लड़कियां तो अलावा। तो उन्होंने भी बड़ा अच्छा जोड़ा हैगा सारी फैसिलिटीज़ हैगियां 5 स्टार होटल च बच्चे ठहरते हैं। लेकिन जब असी डिस्ट्रिक्ट लेवल च मैचिस कराने तो साडा भी इत्थे बड़ा अच्छा बजट है, बड़ा अच्छा बच्चे को यह फील होता है कि मैं एक डिफरेंट लेवल पर क्रिकेट खेल रहा हूँ। मेरी एक अहमियत है, मैं एक डिस्ट्रिक्ट प्लेयर हाँ। जिथे भी वो जाते हैं उन्होंने होटल मिलता है बाकायदा और खाना पीना सब फ्री है। ट्रैवलिंग असी
ਕਦੀ ਵੀ ਬੱਸ 'ਚ ਨਹੀਂ ਭੇਜਿਆ ਅਸੀਂ। ਇੱਥੋਂ ਉਹਨਾਂ ਲਈ ਬਕਾਇਦਾ ਟੈਂਪੂ ਟਰੈਵਲਰ ਦਿੰਦੇ ਆ, ਚਾਹੇ 2 ਦਿਨ ਦਾ ਮੈਚ ਹੈ, 4 ਦਿਨ ਦਾ ਮੈਚ ਹੈ, ਗੱਡੀ ਉਹਨਾਂ ਨਾਲ ਰਹਿੰਦੀ ਹੈ। ਮਤਲਬ ਕਿਸੇ ਵੀ ਸਟੇਜ ਤੇ ਬੱਚੇ ਨੂੰ ਕਿਸੇ ਕਿਸਮ ਦੀ ਵੀ ਪਰੇਸ਼ਾਨੀ ਜਿਹੜੀ ਹੈ ਉਹ ਨਹੀਂ ਮਹਿਸੂਸ ਹੋਣ ਦਿੰਦੇ। ਸਾਡਾ ਮਕਸਦ ਹੈ ਕਿ ਉਹ ਸਾਰਾ ਫੋਕਸ ਕ੍ਰਿਕਟ ਵੱਲ ਰੱਖਣ, ਵਧੀਆ ਕ੍ਰਿਕਟ ਖੇਲਣ, ਔਰ ਉਹ ਆਪਣਾ ਤੇ ਆਪਣੇ ਪਰਿਵਾਰ ਦਾ। ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਕਪੂਰਥਲਾ ਦਾ ਇੱਕ ਬੱਚਾ ਰਮੇਸ਼, ਉਹ 20 ਲੱਖ 'ਚ IPL 'ਚ ਗਿਆ। ਮਤਲਬ ਅਸੀਂ ਮੰਨ ਸਕਦੇ ਹਾਂ। ਔਰ ਫਾਜ਼ਿਲਕਾ ਤੋਂ ਆਉਣ ਵਾਲਾ ਮੁੰਡਾ ਜਿਹੜਾ ਇੰਡੀਆ ਖੇਲ ਗਿਆ ਹੈਗਾ, ਕਿੰਨਾ ਹੈਗਾ ਜਿਹੜਾ ਹੁਣੀ ਖੇਲ ਕੇ ਗਿਆ ਟੈਸਟ ਮੈਚ। ਮਤਲਬ ਮੇਰੇ ਕਹਿਣ ਦਾ ਮਤਲਬ ਹੈ ਕਦੀ ਵੀ ਬੱਚੇ ਨੂੰ ਅਸੀਂ ਹਮੇਸ਼ਾ ਕਹੀਦਾ ਕਿ ਕਿਸੇ ਵੀ ਸਟੇਜ ਤੋਂ, ਕਿਸੇ ਵੀ ਸ਼ਹਿਰ ਤੋਂ, ਕਿਸੇ ਵੀ ਪਿੰਡ ਤੋਂ ਕੋਈ ਵੀ ਅੱਛਾ ਖਿਲਾੜੀ ਜਿਹੜਾ ਹੈ, ਹੁਣ ਮੁਸਕਾਨ ਦਾ ਅਸੀਂ ਕਦੀ ਨਹੀਂ ਸੋਚਿਆ ਸੀ ਕਿ ਉਹ ਹਿੰਦੁਸਤਾਨ ਦੇ ਨਕਸ਼ੇ ਤੇ ਆ ਜਾਏਗੀ। ਤਾਂ ਮੈਂ ਉਮੀਦ ਕਰਦਾ ਤੁਹਾਡੇ ਮਾਧਿਅਮ ਨਾਲ ਵੀ, ਸਪੈਸ਼ਲੀ ਤੁਹਾਡਾ ਮਾਧਿਅਮ ਇਤਨਾ ਸਟਰੋਂਗ ਹੈ ਕਿ ਮਤਲਬ ਸਾਡੇ ਸਾਰੇ ਉਪਰਾਲੇ ਨੂੰ ਅਗਰ ਤੁਸੀਂ ਲੋਕਾਂ ਦੀ ਨਜ਼ਰ 'ਚ ਲਿਆ ਦਿਓ ਔਰ ਲੋਕਾਂ ਨੂੰ ਮਹਿਸੂਸ ਹੋਵੇ ਕਿ ਇਤਨੀ ਬੜੀ ਫੈਸਿਲਿਟੀਜ਼ ਦੇ ਨਾਲ ਅਸੀਂ ਇਹ ਸੈਂਟਰ ਚਲਾ ਰਹੇ ਹਾਂ, ਔਰ ਉਹ ਬੱਚੇ ਅਗਰ ਇੱਥੇ ਆਣਗੇ ਤਾਂ ਦੇਖੋ ਪੜ੍ਹਾਈ ਵੀ ਕਰਨੀ ਹੈ ਔਰ ਮੈਂਟਲੀ ਸਟਰੋਂਗ ਹੋ ਕੇ ਅੱਛਾ ਗੇਮ ਖੇਲਣਾ ਹੈ ਔਰ ਦੂਸਰੀ ਚੀਜ਼ਾਂ ਤੋਂ ਬਚਣਾ ਵੀ ਹੈ। ਤੇ ਸਾਡਾ ਜੋ ਮਕਸਦ ਸੀਗਾ ਅੱਜ, ਮੈਂ ਸੋਚਦਾ ਕਿ ਤੁਹਾਡੇ ਰਹਿਨੁਮਾਈ 'ਚ, ਤੁਹਾਡੀ ਮਦਦ ਨਾਲ ਉਹ ਜ਼ਰੂਰ ਪੂਰਾ ਹੋਏਗਾ। ਸਕੂਲ ਇੱਕ ਤੁਸੀਂ ਜਿੱਦਾਂ ਕਿਹਾ ਵੀ 1 ਮਾਰਚ ਤੋਂ ਸ਼ੁਰੂ ਕਰਨਾ ਹੈ, ਉਹ ਆਹੀ ਪਰਸੋਂ ਤੋਂ ਕੀ ਮਤਲਬ ਇਹ RCC ਸ਼ੁਰੂ ਕਰਨਾ ਜਾਂ ਕਿਆ ਕਰਨਾ? ਨਹੀਂ RCC ਸਾਡੀ ਬॉयਜ਼ ਦੀ ਐਸਾ ਹੈ, ਬॉयਜ਼ ਦੇ ਟ੍ਰਾਇਲ ਹੋਏ ਸੀਗੇ। ਅੱਛਾ ਜੀ। ਅਸੀਂ ਅਖਬਾਰਾਂ 'ਚ ਦਿੱਤਾ ਸੀ, ਤੁਸੀਂ ਸਾਰਿਆਂ ਨੇ ਛਾਪਿਆ ਸੀਗਾ ਔਰ ਬੜਾ ਸ਼ਾਰਟ ਨੋਟਿਸ ਸੀਗਾ। ਸਾਡੇ ਕੋਲ ਬੱਚੇ, ਸਾਨੂੰ ਇਹ ਡਰ ਲੱਗਦਾ ਸੀ ਕਿ ਸਕੂਲ ਖੁੱਲ੍ਹੇ ਨਹੀਂ ਹੈਗੇ, ਬੱਚੇ ਘੱਟ ਆਉਣਗੇ, ਲੇਕਿਨ ਉਹ ਨਿਊਜ਼ਪੇਪਰ ਔਰ ਕੁਛ ਇੱਕ ਜਿਹੜੇ ਤੁਹਾਡਾ ਮੀਡੀਆ ਜਿਹੜਾ ਹੈਗਾ, ਇਲੈਕਟ੍ਰੋਨਿਕ ਮੀਡੀਆ ਹੈ, ਇਹਦੀ ਮਦਦ ਨਾਲ ਬੱਚੇ ਸਾਡੇ ਕੋਲ ਬਹੁਤ ਆ ਗਏ। ਯਾਨੀ ਸਾਨੂੰ ਅਸੀਂ 1 ਦਿਨ ਦਾ ਟ੍ਰਾਇਲ ਰੱਖਿਆ ਸੀ, 1 ਦਿਨ ਗਰਲਸ ਦਾ ਤੇ 1 ਦਿਨ 14 16 ਦਾ, ਔਰ ਸਾਡੇ ਕੋਲ ਮੋਰ ਦੈਨ 125 ਬੱਚੇ ਆਏ। ਲੇਕਿਨ ਸਭ ਤੋਂ ਜਿਹੜੀ, ਕਿਉਂਕਿ ਸਿਲੈਕਟਰ ਜਿਹੜੇ ਸੀ ਆਏ ਸੀ PCA ਤੋਂ, ਬੜਾ ਅੰਕਿਤ ਪੁਰਸ਼ਾਰਤੀ ਜੀ ਆਏ ਸੀ, ਬੜਾ ਸਟਰੋਂਗ ਔਰ ਬੜਾ ਵਧੀਆ ਬੰਦਾ ਸੀਗਾ ਉਹ। ਅਨਫੋਰਚੂਨੇਟਲੀ ਸਾਡੇ ਕੋਲ ਜਿਹੜਾ ਪੂਲ ਹੈ ਉਹ ਅੰਡਰ 16 ਦਾ 17 ਬੱਚਿਆਂ ਦਾ ਔਰ ਅੰਡਰ ਜਿਹੜਾ 14 ਦਾ ਉਹ 16 ਬੱਚਿਆਂ ਦਾ ਪੂਲ ਬਣ ਸਕਿਆ। ਉਹਦਾ ਕਾਰਨ ਹੈ ਕਿ ਬੱਚੇ ਇਤਨੇ ਜ਼ਿਆਦਾ ਅਨਡਿਜ਼ਰਵਿੰਗ ਸੀਗੇ। ਮਤਲਬ ਸਿਰਫ ਜਿੱਦਾਂ ਇੱਕ ਬੱਚਾ ਆਇਆ ਉਹ ਨਾਲ ਦੋਸਤ ਨੂੰ ਲਿਆ ਜੀ ਚਲੋ ਆ ਜ਼ਰੂਰ ਗਏ, ਲੇਕਿਨ ਉਹਨਾਂ ਕੋਲ ਕ੍ਰਿਕਟ ਨਾਂ ਦੀ ਸਕਿੱਲ ਨਹੀਂ ਸੀ। ਤਾਂ RCC 'ਚ ਬਿਲਕੁਲ ਬਲੈਂਕ ਬੱਚੇ ਨੂੰ ਨਹੀਂ ਲੈਣਗੇ, ਇਹ ਵੀ ਕਨਸੈਪਟ ਦੇ ਨਾਲ ਹੈਗਾ ਕਿ ਬੱਚੇ ਨੂੰ ਅਸੀਂ ਇੰਪਰੂਵ ਕਰਨਾ ਹੈ, ਠੀਕ ਹੈ ਨਾ। ਔਰ ਕਈ ਬੱਚੇ ਐਸੇ ਸੀ ਜਿਹੜੇ ਕਿ ਉਹ ਏਜ ਗਰੁੱਪ ਦਿੱਤੀ ਸੀ, ਡਿਮਾਰਕੇਸ਼ਨ ਸੀ, ਉਹ ਉਸ ਤੋਂ ਥੱਲੇ ਸੀ, 12 ਸਾਲ ਦੇ ਸੀ। ਤਾਂ ਅਸੀਂ ਉਹਨਾਂ ਨੂੰ ਆਪਣੇ ਨੈੱਟ 'ਤੇ ਅਲਾਊ ਕਰਤਾ ਕਿ ਤੁਸੀਂ ਸਾਡੇ ਨੈੱਟ 'ਤੇ ਆਉਣਾ ਸ਼ੁਰੂ ਕਰ ਦਿਓ। PCA ਨੇ ਹੁਣ ਜਿਹੜਾ ਹੈ ਇਹ ਸਾਨੂੰ ਇਸ ਹਫ਼ਤੇ ਸਾਨੂੰ ਉਹ ਲਿਸਟ ਸਾਨੂੰ ਪ੍ਰੋਵਾਈਡ ਕਰ ਦੇਣੀ ਹੈ ਕਿ ਜਿਹੜੇ ਬੱਚੇ ਸਿਲੈਕਟ ਹੋਏ ਨੇ। ਈਵਨ ਸਾਨੂੰ ਵੀ ਨਹੀਂ ਪਤਾ ਕਿਹੜੇ ਬੱਚੇ ਸਿਲੈਕਟ ਕੀਤੇ ਨੇ ਉਹਨਾਂ ਨੇ। ਉਹ ਲਿਸਟ ਜਦ ਆਏਗੀ ਅਸੀਂ ਤੁਹਾਡੇ ਮਾਧਿਅਮ ਨਾਲ ਉਹ ਅਖਬਾਰ 'ਚ ਦੇਵਾਂਗੇ। ਉਹ ਬੱਚਿਆਂ ਨੂੰ ਅਸੀਂ ਫਿਰ RCC ਸ਼ੁਰੂ ਕਰ ਦੇਵਾਂਗੇ। ਲੇਕਿਨ ਗਰਲਸ ਦੀ ਜਿਹੜੀ RCC ਹੈਗੀ ਉਹ ਅਸੀਂ ਸ਼ੁਰੂ ਕਰਤੀ ਹੈਗੀ 1 ਤੋਂ। ਉਹਦਾ ਕਾਰਨ ਇਹ ਹੈ ਕਿ ਗਰਲਸ ਤਾਂ ਸਾਰੀਆਂ ਹੀ ਰॉ ਹੈਂਡ ਹੈਗੀਆਂ। 1 ਮਾਰਚ ਤੋਂ? ਹਾਂਜੀ, 1 ਮਾਰਚ ਤੋਂ ਅਸੀਂ ਬੱਚੇ ਗੁਰਪਿੰਦਰ ਜੀ ਨੂੰ ਵੀ ਦੱਸਤਾ ਹੈਗਾ ਤੇ ਮੈਡਮ ਨੇ ਵੀ ਸ਼ੁਰੂ ਕਰ ਦੇਣਾ ਆਣਾ ਇੱਥੇ। ਠੀਕ ਹੈ। ਹਾਂਜੀ, ਮਤਲਬ 1 ਮਾਰਚ ਤੋਂ ਸ਼ੁਰੂ ਹੋ ਜਾਏਗੀ ਗਰਲਸ? ਬਾਕੀ ਤਾਂ ਸਾਡੇ ਨੈਟ ਚੱਲ ਰਹੇ ਨੇ ਜੀ, ਆ ਰਹੇ ਨੇ ਬੱਚੇ ਸਾਡੇ ਕੋਲ। ਠੀਕ ਹੈ। ਹਾਂਜੀ, ਕਿ ਸਾਡਾ ਪੂਲ ਵੀ ਇੱਧਰ ਸਾਰੇ ਇੰਟਰਨੈਸ਼ਨਲ ਸਟੇਡੀਅਮ 'ਚ ਖੇਲੂਗਾ ਜੀ, ਮੋਹਾਲੀ। ਕਿਹੜੇ ਪੂਲ 'ਚ ਮੋਹਾਲੀ ਹੈ ਨਾ ਸਾਡਾ ਜਿਹੜਾ ਪੂਲ ਬਣਿਆ ਨਾ ਉਹ ਹਾਂ ਮੋਹਾਲੀ ਦੇ ਉਹ ਤਾਂ ਨਾਲ। ਚਲੋ ਇਹ ਵੀ ਇਦਾਂ ਹੁੰਦਾ ਨਾ ਜੀ, ਮੈਚਿਸ ਤਾਂ ਇਸ ਵਾਰ ਸਾਡਾ ਜਿਹੜਾ ਪੂਲ ਹੈਗਾ ਐਤਕੀ ਪੂਲ 'ਚ ਸਾਡੇ ਮੋਹਾਲੀ ਮੋਹਾਲੀ। ਉਹ ਮੋਹਾਲੀ ਦੇ ਸਾਰੇ ਮੈਚ ਉਸੇ ਸਟੇਡੀਅਮ 'ਚ ਹੁੰਦੇ ਨੇ, ਬੱਚਿਆਂ ਨੂੰ ਇੰਟਰਨੈਸ਼ਨਲ ਸਟੇਡੀਅਮ 'ਚ ਖੇਲਣ ਨੂੰ ਮਿਲ ਜਾਂਦਾ। ਮਤਲਬ ਉਹ ਕਹਿ ਰਹੇ ਨੇ ਕਿ ਵੀ ਬੱਚੇ ਉਸ ਲੈਵਲ ਤੇ ਵੀ ਪਹੁੰਚ ਜਾਂਦੇ ਨੇ, ਬੱਚਿਆਂ ਨੂੰ ਉਹ ਚੀਜ਼ ਹੀ ਬਹੁਤ ਉਸ ਦੇ ਅੰਦਰ ਐਂਟਰ ਕਰਨੀ ਬਹੁਤ ਬੱਚੇ ਲਈ ਬੜੀ ਗੱਲ ਹੈ।